ਫੈਡਰਲ ਸਰਕਾਰ ਪ੍ਰਾਊਡ ਬॉयਜ਼ ਦੇ ਉੱਪਰ ਕਾਰਵਾਈ ਕਰ ਸਕਦੀ ਹੈ। ਜੀ ਹਾਂ, ਪ੍ਰਾਊਡ ਬॉयਜ਼ ਨੂੰ ਅੱਤਵਾਦੀ ਜਥੇਬੰਦੀਆਂ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਇਸ ਉੱਪਰ ਫੈਡਰਲ ਸਰਕਾਰ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਦੱਸੀਏ ਕਿ ਸੋਸ਼ਲ ਮੀਡੀਆ ਦੇ ਉੱਪਰ ਪ੍ਰਾਊਡ ਬॉयਜ਼ ਦੇ ਪੇजेस ਅਤੇ ਵੈਬਸਾਈਟ ਆਫਲਾਈਨ ਹੋ ਗਏ ਹਨ। ਹਾਲ ਹੀ ਦੇ ਵਿੱਚ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਵੀ ਪ੍ਰਾਊਡ ਬॉयਜ਼ ਦੇ ਖਿਲਾਫ ਇੱਕ ਪਟੀਸ਼ਨ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਨਾਮ ਇਸ ਦੇ ਵਿੱਚ ਸ਼ਾਮਿਲ ਕਰਨ। ਤੇ ਹੁਣ ਫੈਡਰਲ ਸਰਕਾਰ ਪ੍ਰਾਊਡ ਬॉयਜ਼ ਅਤੇ ਹੋਰਨਾਂ ਰਾਈਟ ਹੈਂਡ ਗਰੁੱਪਸ ਨੂੰ ਕੈਨੇਡਾ ਦੇ ਅੱਤਵਾਦੀ ਸੰਗਠਨਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਕਰਨ ਦੇ ਉੱਪਰ ਵਿਚਾਰ ਕਰ ਰਹੀ ਹੈ। ਪਬਲਿਕ ਸੇਫਟੀ ਮੰਤਰੀ ਬਿਲ ਬਲੇਅਰ ਦੀ ਇਨਸੈਪਟਰ ਮੈਰੀ ਲਿਜ਼ ਪਾਵਰ ਦਾ ਕਹਿਣਾ ਹੈ ਕਿ ਪ੍ਰਾਊਡ ਬॉयਜ਼ ਨਾਂ ਦਾ ਇੱਕ ਗਰੁੱਪ ਕੈਨੇਡਾ ਦੇ ਉਹਨਾਂ ਕਈ ਹੇਟ ਗਰੁੱਪਸ ਦੇ ਵਿੱਚ ਇੱਕ ਹੈ ਜਿਨ੍ਹਾਂ ਦੀ ਸਰਕਾਰੀ ਅਧਿਕਾਰੀ ਪੂਰੀ ਨਿਗਰਾਨੀ ਕਰ ਰਹੇ ਹਨ ਤੇ ਅਜਿਹੇ ਗਰੁੱਪਸ ਨੂੰ ਅੱਤਵਾਦੀ ਸੂਚੀ ਦੇ ਵਿੱਚ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਿਛਲੇ ਹਫ਼ਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਕੈਪੀਟਲ ਹਿੱਲ ਉੱਤੇ ਹੋਏ ਹਮਲੇ ਦੇ ਵਿੱਚ ਪ੍ਰਾਊਡ ਬॉयਜ਼ ਗਰੁੱਪ ਦਾ ਨਾਮ ਵੀ ਸਾਹਮਣੇ ਆਇਆ ਸੀ। ਪਾਵਰ ਨੇ ਇਹ ਨਹੀਂ ਦੱਸਿਆ ਕਿ ਇਸ ਗਰੁੱਪ ਉੱਤੇ ਨਜ਼ਰ ਰੱਖਣ ਦਾ ਸਿਲਸਿਲਾ ਅਧਿਕਾਰੀਆਂ ਵੱਲੋਂ ਕਦੋਂ ਸ਼ੁਰੂ ਕੀਤਾ ਗਿਆ ਸੀ। ਇਸ ਗਰੁੱਪ ਨੂੰ ਇੱਕ ਕੈਨੇਡੀਅਨ ਵਿਅਕਤੀ ਵੱਲੋਂ ਸਥਾਪਿਤ ਕੀਤਾ ਗਿਆ ਸੀ, ਜਾਣੀ ਕਿ ਇਸ ਦਾ ਫਾਊਂਡਰ ਇੱਕ ਕੈਨੇਡੀਅਨ ਹੈ ਅਤੇ ਕਈ ਸੋਸ਼ਲ ਮੀਡੀਆ ਪਲੇਟਫਾਰਮ ਵੱਲੋਂ ਉਸ ਉੱਤੇ ਪਹਿਲਾਂ ਹੀ ਪਾਬੰਦੀ ਲਗਾਈ ਗਈ ਸੀ। ਪਾਵਰ ਨੇ ਕਿਹਾ ਹੈ ਕਿ ਇਹ ਕੋਈ ਸਿਆਸੀ ਕਾਰਵਾਈ ਨਹੀਂ ਹੈ, ਸਗੋਂ ਇੱਕ ਕਾਨੂੰਨੀ ਪ੍ਰੋਸੈਸ ਹੈ ਜਿਸ ਦੇ ਲਈ ਸਬੂਤਾਂ ਤੇ ਖੁਫੀਆ ਜਾਣਕਾਰੀ ਦੀ ਲੋੜ ਹੈ। ਹੁਣ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਟਰੰਪ ਨੂੰ ਹਟਾਉਣ ਦੇ ਲਈ ਮਾਈਕ ਪੈਂਸ ਨੂੰ ਅਪੀਲ ਕੀਤੀ ਜਾਵੇਗੀ। ਜੀ ਹਾਂ, ਅਮਰੀਕੀ ਸੰਸਦ ਦੇ ਵਿੱਚ ਹਮਲੇ ਪਿੱਛੋਂ ਰਾਸ਼ਟਰਪਤੀ ਡੋਨਾਲਡ ਟਰੰਪ ਚਾਰੇ ਪਾਸਿਓਂ ਘਿਰੇ ਨਜ਼ਰ ਆ ਰਹੇ ਹਨ ਅਤੇ ਟਰੰਪ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਆਪਣੇ ਟੈਨਿਓਰ ਦੇ ਆਖਰੀ ਦਿਨਾਂ ਦੇ ਵਿੱਚ ਗੁਜ਼ਰ ਰਹੇ ਟਰੰਪ ਦੇ ਸਾਰੇ ਅਧਿਕਾਰ ਖੋਣ ਅਤੇ 20 ਜਨਵਰੀ ਤੋਂ ਪਹਿਲਾਂ ਅਹੁਦੇ ਤੋਂ ਹਟਾਉਣ ਦੇ ਲਈ ਡੈਮੋਕ੍ਰੈਟਿਕ ਐਮਪੀਜ਼ ਨੇ ਕਮਰ ਕੱਸ ਲਈ ਹੈ। ਉਹਨਾਂ ਵੱਲੋਂ ਪਹਿਲਾਂ ਸੰਸਦ ਦੇ ਲੋਅਰ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਪ੍ਰਸਤਾਵ ਪਾਸ ਕਰਕੇ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਦੇ ਲਈ ਉਪ ਰਾਸ਼ਟਰਪਤੀ ਮਾਈਕ ਪੈਂਸ ਅਤੇ ਕੈਬਨਿਟ ਨੂੰ ਅਪੀਲ ਕੀਤੀ ਜਾਵੇਗੀ। ਜੇਕਰ 24 ਘੰਟੇ ਦੇ ਵਿੱਚ ਪ੍ਰਸਤਾਵ ਦੇ ਉੱਪਰ ਅਮਲ ਨਹੀਂ ਕੀਤਾ ਗਿਆ ਤਾਂ ਫਿਰ ਸਦਨ ਦੇ ਵਿੱਚ ਪ੍ਰੋਸੈਸ ਆਫ ਇੰਪੀਚਮੈਂਟ ਸ਼ੁਰੂ ਕਰ ਦਿੱਤਾ ਜਾਵੇਗਾ। ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਬਹੁਮਤ ਹੈ। ਹਾਊਸ ਆਫ ਰਿਪਰੈਜ਼ੈਂਟੇਟਿਵਸ ਦੀ ਸਪੀਕਰ ਅਤੇ ਡੈਮੋਕ੍ਰੈਟਿਕ ਨੇਤਾ ਨੈਂਸੀ ਪੈਲੋਸੀ ਨੇ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਇੰਪੀਚਮੈਂਟ ਤੋਂ ਪਹਿਲਾਂ ਸਦਨ ਦੇ ਵਿੱਚ ਪ੍ਰਪੋਜ਼ਲ ਪਾਸ ਕਰਕੇ ਟਰੰਪ ਨੂੰ ਹਟਾਉਣ ਦੇ ਲਈ ਉਪ ਰਾਸ਼ਟਰਪਤੀ ਪੈਂਸ ਅਤੇ ਕੈਬਨਿਟ ਨੂੰ ਬਾਕਾਇਦਾ ਅਪੀਲ ਕੀਤੀ ਜਾਵੇ। ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਜਾਵੇਗੀ ਕਿ ਜੇਕਰ ਇਸ ਪ੍ਰਪੋਜ਼ਲ ਦੇ ਉੱਪਰ ਅਮਲ ਨਾ ਕੀਤਾ ਗਿਆ ਤਾਂ 24 ਘੰਟਿਆਂ ਪਿੱਛੋਂ ਸਦਨ ਦੇ ਵਿੱਚ ਇੰਪੀਚਮੈਂਟ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਪ੍ਰਸਤਾਵ ਦੇ ਉੱਪਰ ਮੰਗਲਵਾਰ ਤੱਕ VOTING ਕਰਾਉਣ ਦੀ ਤਿਆਰੀ ਕੀਤੀ ਗਈ ਹੈ। ਪੈਲੋਸੀ ਨੇ ਕਿਹਾ ਕਿ ਸਾਡੇ ਕਨਸਟੀਟਿਊਸ਼ਨ ਅਤੇ ਡੈਮੋਕ੍ਰੇਸੀ ਦੀ ਰੱਖਿਆ ਦੇ ਲਈ ਸਾਨੂੰ ਤੁਰੰਤ ਕਦਮ ਚੁੱਕਣਾ ਪਵੇਗਾ, ਕਿਉਂਕਿ ਜੇਕਰ ਮੌਜੂਦਾ ਰਾਸ਼ਟਰਪਤੀ ਟਰੰਪ ਅਹੁਦੇ ਦੇ ਉੱਪਰ ਰਹਿਣਗੇ ਤਾਂ ਇਸ ਦੇ ਨਾਲ ਡੈਮੋਕ੍ਰੇਸੀ ਅਤੇ ਕਨਸਟੀਟਿਊਸ਼ਨ ਨੂੰ ਖਤਰਾ ਹੈ। ਉਧਰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੀ ਡੈਮੋਕ੍ਰੈਟਿਕ ਪਾਰਟੀ ਦੇ ਐਮਪੀਜ਼ ਨੇ ਟਰੰਪ ਤੇ ਇੰਪੀਚਮੈਂਟ ਚਲਾਉਣ ਦੇ ਯਤਨ ਵੀ ਤੇਜ਼ ਕਰ ਦਿੱਤੇ ਹਨ। ਇਸ ਐਤਵਾਰ ਰਾਤ ਤੱਕ 210 ਡੈਮੋਕ੍ਰੈਟਿਕ ਐਮਪੀਜ਼ ਨੇ ਸਾਈਨ ਕਰ ਦਿੱਤੇ ਸਨ। ਉਹਨਾਂ ਨੇ ਮੁੱਖ ਤੌਰ ਦੇ ਉੱਪਰ ਹਿੰਸਾ ਭੜਕਾਉਣ ਦੇ ਦੋਸ਼ ਦੇ ਵਿੱਚ ਇੰਪੀਚਮੈਂਟ ਦੀ ਤਿਆਰੀ ਕੀਤੀ ਹੈ। ਲਗਭਗ ਸਾਰੇ ਦੇਸ਼ਾਂ ਦੇ ਵਿੱਚ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜਿਹੇ ਦੇ ਵਿੱਚ ਵੈਕਸੀਨੇਸ਼ਨ ਦੇ ਐਲਾਨ ਤੋਂ ਬਾਅਦ ਦੁਨੀਆ ਨੇ ਸੁੱਖ ਦਾ ਸਾਹ ਲਿਆ ਤੇ ਵੈਕਸੀਨੇਸ਼ਨ ਦੇ ਬਾਰੇ ਵਿੱਚ ਸਮੇਂ-ਸਮੇਂ ਦੇ ਉੱਪਰ ਕਈ ਤਰ੍ਹਾਂ ਦੀਆਂ ਖੋਜਾਂ ਕੀਤੀਆਂ ਜਾ ਰਹੀਆਂ ਨੇ। ਅਜਿਹੀ ਇੱਕ ਹੋਰ ਨਵੀਂ ਰਿਸਰਚ ਕੀਤੀ ਗਈ ਹੈ। ਕਰੋਨਾ ਵਾਇਰਸ ਨੂੰ ਟੀਕੇ ਦੀ ਇੱਕ ਡੋਜ਼ ਦੇ ਨਾਲ ਮਾਤ ਦੇਣ ਦੀ ਉਮੀਦ ਵਧੀ ਹੈ। ਸਾਇੰਟਿਸਟ ਨੇ ਚੂਹਿਆਂ ਦੇ ਉੱਪਰ ਤਜਰਬਾ ਕੀਤਾ ਹੈ, ਜਿਸ ਦੇ ਨਾਲ ਹੀ ਇਸ ਦਿਸ਼ਾ ਦੇ ਵਿੱਚ ਅਹਿਮ ਕਦਮ ਵਧਾਇਆ ਗਿਆ ਹੈ। ਉਹਨਾਂ ਨੇ ਇਹ ਸਾਬਿਤ ਕੀਤਾ ਹੈ ਕਿ ਸਿੰਗਲ ਡੋਜ਼ ਵਾਲੀ ਕਰੋਨਾ ਵੈਕਸੀਨ ਚੂਹਿਆਂ ਦੇ ਵਿੱਚ ਇਸ ਖਤਰਨਾਕ ਵਾਇਰਸ ਖਿਲਾਫ ਇਮਿਊਨਿਟੀ ਪੈਦਾ ਕਰਦੀ ਹੈ। ACS ਸੈਂਟਰਲ ਸਾਇੰਸ ਜਰਨਲ ਦੇ ਵਿੱਚ ਪਬਲਿਸ਼ ਕੀਤੇ ਗਏ ਅਧਿਐਨ ਦੇ ਵਿੱਚ ਸਿੰਗਲ ਡੋਜ਼ ਵਾਲੀ ਵੈਕਸੀਨ ਦੀ ਐਕਸਪਲੇਨੇਸ਼ਨ ਦਿੱਤੀ ਗਈ ਹੈ। ਇਸ ਦੇ ਵਿੱਚ ਬੇਹੱਦ ਸੂਖਮ ਨੈਨੋ ਪਾਰਟੀਕਲਸ ਕਰੋਨਾ ਵਾਇਰਸ ਦੇ ਸਪਾਈਕ ਪ੍ਰੋਟੀਨ ਦੇ ਨਾਲ ਲੈਸ ਹੁੰਦੇ ਹਨ, ਜੋ ਸੈੱਲਾਂ ਦੇ ਵਿੱਚ ਦਾਖਲ ਹੋ ਜਾਂਦੇ ਨੇ। ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਰਿਸਰਚਰ ਪੀਟਰ ਕਿਮ ਨੇ ਕਿਹਾ ਕਿ ਸਾਡਾ ਟੀਚਾ ਇੱਕ ਡੋਜ਼ ਵਾਲਾ ਟੀਕਾ ਹੈ, ਜਿਸ ਦੇ ਵਿੱਚ ਸਟੋਰੇਜ ਜਾਂ ਫਿਰ ਟਰਾਂਸਪੋਰਟ ਦੇ ਲਈ ਕੋਲਡ ਚੇਨ ਦੀ ਲੋੜ ਨਹੀਂ ਪੈਂਦੀ। ਜੇਕਰ ਅਸੀਂ ਅਜਿਹਾ ਕਰਨ ਦੇ ਵਿੱਚ ਸਫਲ ਰਹਿੰਦੇ ਹਾਂ ਤਾਂ ਇਹ ਕਾਫੀ ਫਾਇਦੇਮੰਦ ਹੋ ਸਕਦਾ ਹੈ। ਅਮਰੀਕਾ ਦੇ ਵਿੱਚ ਪਿਛਲੇ ਦਿਨੀ ਜੋ ਹਿੰਸਾ ਹੋਈ ਹੈ, ਆਖਿਰਕਾਰ ਮੈਲਾਨੀਆ ਨੇ ਇਸ ਉੱਪਰ ਚੁੱਪੀ ਤੋੜੀ ਹੈ। ਕੈਪੀਟਲ ਬਿਲਡਿੰਗ ਦੇ ਵਿੱਚ ਜੋ ਟਰੰਪ ਸਪੋਰਟਰਸ ਵੱਲੋਂ ਹਿੰਸਾ ਕੀਤੀ ਗਈ, ਮੈਲਾਨੀਆ ਉਸ ਤੋਂ ਨਿਰਾਸ਼ ਨਜ਼ਰ ਆਈ ਹੈ। ਮੈਲਾਨੀਆ ਟਰੰਪ ਵੱਲੋਂ ਕਿਹਾ ਗਿਆ ਕਿ ਕੈਪੀਟਲ ਬਿਲਡਿੰਗ ਦੇ ਵਿੱਚ ਪਿਛਲੇ ਹਫ਼ਤੇ
ਆਪਣੇ ਪਤੀ ਦੇ ਸਮਰਥਕਾਂ ਵੱਲੋਂ ਕੀਤੀ ਗਈ ਹਿੰਸਾ ਤੋਂ ਨਿਰਾਸ਼ ਅਤੇ ਦੁਖੀ ਹਾਂ। ਉਹਨਾਂ ਨੇ ਆਪਣੀ ਚੁੱਪੀ ਤੋੜਨ ਦੌਰਾਨ ਲੋਕਾਂ ਤੇ ਵੀ ਨਿਸ਼ਾਨੇ ਸਾਧੇ ਹਨ। ਉਹਨਾਂ ਕਿਹਾ ਕਿ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਦੋਸ਼ ਉਹਨਾਂ ਦੇ ਉੱਪਰ ਵੀ ਲਗਾਏ ਗਏ ਹਨ। ਰਾਸ਼ਟਰਪਤੀ ਚੋਣਾਂ ਦੇ ਵਿੱਚ ਜੋ ਟਰੰਪ ਨੂੰ ਹਾਰ ਮਿਲੀ ਹੈ, ਉਸ ਤੋਂ ਕਾਫੀ ਜ਼ਿਆਦਾ ਨਿਰਾਸ਼ ਉਹ ਨਜ਼ਰ ਆਏ ਸਨ। ਉਹਨਾਂ ਵੱਲੋਂ ਇੱਕੋ ਗੱਲ ਕਹਿੰਦਿਆਂ ਆਪਣੇ ਸਪੋਰਟਰਸ ਨੂੰ ਉਕਸਾਇਆ ਗਿਆ ਕਿ ਉਹਨਾਂ ਦੇ ਨਾਲ ਧੋਖਾ ਹੋਇਆ ਹੈ। ਇਸ ਤੋਂ ਬਾਅਦ ਜੋ ਬਾਈਡਨ ਦੀ ਜਿੱਤ ਦੀ ਪੁਸ਼ਟੀ ਦੇ ਲਈ ਕਾਰਵਾਈ ਚੱਲ ਰਹੀ ਸੀ, ਉਸ ਦੇ ਵਿੱਚ ਵਿਘਨ ਇਹਨਾਂ ਸਪੋਰਟਰਸ ਦੇ ਵੱਲੋਂ ਪਾਇਆ ਗਿਆ, ਜਿੱਥੇ ਕੈਪੀਟੋਲ ਕੰਪਲੈਕਸ ਦੇ ਵਿੱਚ ਇਹ ਦਾਖਲ ਹੋ ਗਏ ਤੇ ਇਹਨਾਂ ਵੱਲੋਂ ਹਿੰਸਾ ਕੀਤੀ ਗਈ। ਦੱਸ ਦਈਏ ਕਿ ਇਸ ਘਟਨਾ ਦੇ 5 ਦਿਨ ਬਾਅਦ ਮੈਲਾਨੀਆ ਦੀ ਇਸ ਬਾਰੇ ਵਿੱਚ ਟਿੱਪਣੀ ਸਾਹਮਣੇ ਆਈ ਹੈ। ਵਾਈਟ ਹਾਊਸ ਦੇ ਇੱਕ ਬਲੌਗ ਦੇ ਵਿੱਚ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਕਿਹਾ ਕਿ ਪਿਛਲੇ ਹਫ਼ਤੇ ਜੋ ਹੋਇਆ, ਮੈਂ ਉਸ ਤੋਂ ਨਿਰਾਸ਼ ਅਤੇ ਦੁਖੀ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।